ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਾਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬੀ ਦੀ ਬੋਲੀ ਆ ਅਖੇ ਔਖੀ ਹੋ ਗਈ ਕੰਧ ਟੱਪਣੀ। ਸੰਦਰਭ ਕੋਈ ਵੀ ਲੈ ਲਓ, ਭਾਵੇਂ ਸੰਸਕਾਰਾਂ ਦਾ, ਅਸੂਲਾਂ ਦਾ, ਖਾਹਿਸ਼ਾਂ ਦਾ। ਜਦੋਂ ਕੋਈ ਕੰਧ ਟੱਪਣੀ ਔਖੀ ਹੁੰਦੀ ਹੈ, ਆਪਣੀ ਬਣਾਈ ਹੋਈ ਬੜੀ ਮੁਸ਼ਕਲ ਬਣਦੀ ਹੈ। ਸਰਕਾਰ ਬਦਲਤੀ, ਚਿਹਰਾ ਬਦਲਤਾ ਮੁੱਦਿਆਂ ਦੇ ਉੱਤੇ, ਲੇਕਿਨ ਗੱਲ ਮੁੱਖ ਮੰਤਰੀ, ਗੱਲ ਡਿਪਟੀ ਮੁੱਖ ਮੰਤਰੀ, ਮੰਤਰੀ ਬਣ ਤੱਕ ਸੀਮਤ ਕਿਉਂ ਹੋਵੇ, ਗੱਲ ਮੁੱਦਿਆਂ ਤੋਂ ਪਰੇ ਮੰਤਰਾਲਿਆਂ ਤੱਕ ਕਿਉਂ ਹੋਵੇ। ਸਵਾਲ ਤਾਂ ਇਹ ਸੀ ਕਿ 2 ਮਹੀਨਿਆਂ ਦੇ ਵਿੱਚ ਚਿਹਰਾ ਬਦਲ ਕੇ ਦੁਬਾਰਾ ਸੱਤਾ 'ਚ ਆਉਣਾ ਸੀ ਜਾਂ 2 ਮਹੀਨਿਆਂ ਲਈ ਅਹੁਦਿਆਂ ਦੀ ਲੜਾਈ ਲੜੀ ਜਾਣੀ ਸੀ। ਇਹ ਸਵਾਲ ਬੜੇ ਪੁਖਤਗੀ ਨਾਲ ਉੱਠਣ ਲੱਗੇ। ਸਵਾਲ ਤਾਂ ਇਹ ਵੀ ਉੱਠਣ ਲੱਗੇ ਕਿ ਜਿਹੜੇ ਲੜਾਈ ਲੜਦੇ ਸੀ ਉਹਨਾਂ ਬਹਿ ਕੇ ਨਿੱਠ ਕੇ ਫੈਸਲਾ ਕਰਨਾ ਸੀ ਕਿ ਪੰਜਾਬ ਦੇ ਲੋਕਾਂ ਲਈ ਕੀ ਕਰਨਾ ਹੈ। ਉਹ ਆਪਸ ਵਿੱਚ ਹੀ ਖੈਬੜ ਪਏ, ਆਪਸ ਵਿੱਚ ਹੀ ਲੜ ਪਏ। ਸਵਾਲ ਡਾਢੇ ਆ। ਗੱਲ ਕਿਸੇ ਨਿਯੁਕਤੀ ਦੀ ਨਹੀਂ, ਗੱਲ ਉਹਨਾਂ ਮੁੱਦਿਆਂ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਚੱਕਦੇ ਰਹੇ। ਗੱਲ ਉਹਨਾਂ ਮੁੱਦਿਆਂ ਦੀ ਵੀ ਆ ਜਿਹੜੇ ਪੰਜਾਬ ਦੇ ਲੋਕਾਂ ਲਈ ਗਲੇ ਦੀ ਹੱਡੀ ਬਣ ਗਏ, ਜਿਨ੍ਹਾਂ ਲਈ ਸਿੱਧੂ ਆਵਾਜ਼ ਬਣੇ। ਪਰ ਹੁਣ ਉਹ ਖਾਮੋਸ਼ੀ, ਉਹ ਚੁੱਪ ਹੁਣ ਦੂਰ ਤੱਕ ਜਾਂਦੀ ਆ, ਚੀਕ ਚੀਕ ਕੇ ਕਹਿੰਦੀ ਆ ਦਾਲ ਦੇ ਵਿੱਚ ਕਾਲਾ ਹੈ। ਕਿ ਸਿੱਧੂ ਆਪਣੀ ਸਿਆਸੀ ਇਮੇਜ ਬਚਾ ਸਕਣਗੇ ਜਿਨ੍ਹਾਂ ਮੁੱਦਿਆਂ ਤੇ ਕੈਪਟਨ ਨੂੰ ਲਾਇਆ, ਜਾਂ ਨਿੱਜੀ ਰੰਜਿਸ਼ਾਂ ਹੀ ਸੀਗੀਆਂ। ਸਵਾਲ ਲੋਕ ਕਰਨਗੇ, ਸਵਾਲਾਂ ਦੇ ਜਵਾਬ ਦੇਰ ਸਵੇਰ ਦੇਣੇ ਪੈਣੇ ਆ। ਲੇਕਿਨ ਜੇਕਰ ਤੁਸੀਂ ਸੁਰਖਰੂ ਹੋ ਕੇ 2 ਮਹੀਨਿਆਂ 'ਚ ਅੱਗੇ ਨਹੀਂ ਵੱਧਦੇ ਤਾਂ ਕੰਧ ਤੇ ਲਿਖਿਆ 2017 ਵਾਲਾ ਪੜ੍ਹ ਲਓ ਜਿਹੜਾ ਅਕਾਲੀ ਹੰਢਾਰੇ ਆ। ਮੈਂ ਤੁਹਾਡੇ ਵੱਲ ਆਵਾਂ, ਅਜੇ ਤੱਕ ਮੰਤਰਾਲੇ ਨਹੀਂ ਵੰਡੇ ਗਏ, ਸੁਣਿਆ ਕੋਈ ਸਹਿਮਤੀ ਨਹੀਂ ਬਣ ਰਹੀ ਕੌਣ ਕਿਹਨੂੰ ਕੀ ਮਿਲੇ। ਲੇਕਿਨ ਜਦੋਂ ਅਮਰਿੰਦਰ ਸਿੰਘ ਲਾਇਆ ਸੀ ਉਦੋਂ ਤਾਂ ਮੁੱਦੇ ਨਹੀਂ ਸੀ। ਉਦੋਂ ਤਾਂ ਕਿਹਾ ਜਾਂਦਾ ਸੀ ਕਿ ਮੈਂ ਕੰਧ ਟੱਪ ਕੇ ਸੈਣੀ ਫੜ ਲੈਂਦਾ। ਉਦੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਕੋਟਕਪੂਰੇ ਬਹਿਬਲ ਕਲਾਂ 'ਚ ਚੱਲੀਆਂ ਗੋਲੀਆਂ ਦਾ ਹਿਸਾਬ ਲਿਆ ਜਾਊਗਾ। ਉਦੋਂ ਤਾਂ ਇਹ ਵੀ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਮੁੱਦੇ ਸਭ ਤੋਂ ਉੱਪਰ ਨੇ, ਪੰਜਾਬ ਦੇ ਲੋਕ ਮੇਰੀ ਪੱਗ ਦਾ ਲੜ ਨੇ, ਮੈਂ ਕਿਤੇ ਨਹੀਂ, ਉਹ ਪੰਜਾਬ ਜੀਵੇ। ਪਹਿਲਾਂ ਕਹਿੰਦੇ ਤਾਂ ਪੰਥ ਜੀਵੇ ਹੁੰਦਾ ਸੀ, ਮੈਂ ਮਰਾਂ ਪੰਜਾਬ ਜੀਵੇ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਮੈਨੂੰ ਦੱਸਿਓ ਹੁਣ ਘੁੰਡੀ ਕਿੱਥੇ ਫਸ ਗਈ? ਇਹ ਚੁੱਪ ਜਿਹੜੀ ਇਹ ਸਾਜ਼ਿਸ਼ੀ ਲੱਗਦੀ ਆ, ਇਹਨੂੰ ਕਿਹੜੀਆਂ ਤਸ਼ਬੀਹਾਂ 'ਚ ਬੰਨੀਏ? ਕੀ ਕਹਿੰਦੇ ਹੋ ਰੰਧਾਵਾ ਜੀ? 23 ਜੁਲਾਈ ਨੂੰ ਸਿੱਧੂ ਉਹਨਾਂ ਪੀਪੀਸੀਸੀ ਦੇ ਪ੍ਰਧਾਨ ਬਣੇ ਸੀਗੇ ਔਰ ਉਸ ਪ੍ਰਧਾਨਗੀ ਦੇ ਭਾਸ਼ਣ ਤੋਂ ਲੈ ਕੇ ਉਹਨਾਂ ਦਾ 15 ਅਗਸਤ ਨੂੰ ਦਿੱਤਾ ਹੋਇਆ ਭਾਸ਼ਣ ਸਾਰਿਆਂ ਦੇ ਵਿੱਚ ਤਲਖੀ ਦੇਖਣ ਨੂੰ ਮਿਲੀ ਸੀਗੀ। ਚਲੋ ਕੈਪਟਨ ਅਮਰਿੰਦਰ ਸਿੰਘ ਲਾ ਦਿੱਤੇ ਗਏ 17-18 ਸਪਟੈਂਬਰ ਨੂੰ। ਉਸ ਤੋਂ ਬਾਅਦ ਲੱਗਦਾ ਸੀਗਾ ਕਿ ਉਹ ਮੁੱਦੇ, ਉਹ 18 ਅਨੁਕਾਤੀ ਪ੍ਰੋਗਰਾਮ ਜਿਹਦਾ ਟਾਸਕ ਕੈਪਟਨ ਸਾਹਿਬ ਨੂੰ ਦਿੱਤਾ ਸੀਗਾ, ਨਵੀਂ ਸਰਕਾਰ ਬਣੇਗੀ ਔਰ ਉਹ ਬੜੀ ਛੇਤੀ ਉਹਨਾਂ ਮੁੱਦਿਆਂ ਤੇ ਕੰਮ ਕਰੇਗੀ। ਪਰ ਜਿਸ ਤਰੀਕੇ ਨਾਲ 18 ਸੈਪਟੈਂਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਅਨਸੈਰੋਮੋਨੀਅਸਲੀ ਰਿਮੂਵ ਕੀਤਾ, ਤਦ ਤੋਂ ਲੈ ਕੇ ਅੱਜ ਤੱਕ ਤਕਰੀਬਨ ਇਸ ਗੱਲ ਨੂੰ 10 ਕੁ ਦਿਨ ਤੇ ਹੋ ਗਏ ਨੇ। 10 ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਕਲੇਸ਼ ਹੀ ਨਜ਼ਰ ਆਇਆ। ਹੁਣ ਪਹਿਲੇ ਮੰਤਰੀ ਮੰਡਲ ਬਣਾਉਣਾ, ਮੰਤਰੀ ਮੰਡਲ ਬਣਾਉਣ ਤੋਂ ਬਾਅਦ ਵਿਭਾਗ ਬਣਨੇ, ਹਰ ਗੱਲ ਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਸਹਿਮਤੀ ਨਜ਼ਰ ਨਹੀਂ ਆ ਰਹੀ। ਔਰ ਜਿਸ ਕਲੇਸ਼ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਸੀ, ਜਿਸ ਕਲੇਸ਼ ਨੂੰ ਅਸੀਂ ਖਤਮ ਹੁੰਦਾ ਦੇਖਣਾ ਚਾਹੁੰਦੇ ਸੀ, ਉਹ ਕਲੇਸ਼ ਕਾਂਗਰਸ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾ ਫਾਰਮ ਦੇ ਵਿੱਚ ਬੈਠੇ ਨੇ। ਹਾਲਾਂਕਿ ਉਹਨਾਂ ਨੂੰ ਹਜੇ ਕੋਈ ਬਹੁਤੀ ਰਾਜਨੀਤਿਕ ਐਕਟੀਵਿਟੀ ਕਰਨ ਦੀ ਲੋੜ ਨਹੀਂ ਪਈ, ਪਰ ਸਿਸਵਾ ਵੱਲ ਰਾਹ ਕਾਂਗਰਸੀਆਂ ਐਮਐਲਏਆਂ ਦੇ ਹੁਣ ਗਿਣਤੀ ਵੱਧ ਰਹੀ ਹੈ ਉਸ ਤਰਫ ਜਾਣ ਵਾਲੀ। ਅੱਜ ਵੀ ਅਖਬਾਰਾਂ ਦੇ ਵਿੱਚ ਖਬਰ ਛਪੀ ਹੈ ਕਿ ਜਦੋਂ ਤੋਂ ਇਹ ਮੰਤਰੀ ਮੰਡਲ ਵਿਸਤਾਰ ਹੋਇਆ ਹੈ, ਉਸ ਤੋਂ ਬਾਅਦ ਦੁਆਬੇ ਤੇ ਖਾਸ ਕਰਕੇ ਮਾਲਵੇ ਦੇ ਕੁਝ ਐਮਐਲਏ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਵੀ ਬੜੀ ਛੇਤੀ ਦਿੱਲੀ ਜਾ ਕੇ ਇਹਨਾਂ ਸਾਰਿਆਂ ਮੁੱਦਿਆਂ ਨੂੰ ਕਾਂਗਰਸ ਹਾਈ ਕਮਾਨ ਦੇ ਨਾਲ, ਆਪਣੀ ਨਾਰਾਜ਼ਗੀ ਦੇ ਨਾਲ ਇਹ ਗੱਲਾਂ ਸਾਰੀਆਂ ਉੱਥੇ ਦੱਸਣਗੇ। ਹੋ ਸਕਦਾ ਹੈ ਉੱਥੇ ਕੋਈ ਵੱਡਾ ਡਿਸੀਜ਼ਨ ਵੀ ਲੈਣ। ਕਾਂਗਰਸ ਹਾਈ ਕਮਾਨ ਤੋਂ ਇਲਾਵਾ ਭਾਜਪਾ ਦੀ ਹਾਈ ਕਮਾਨ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਏ ਔਰ ਕੁਝ G23 ਦੀ ਜਿਹੜੀ ਆਪਾਂ ਗੱਲਾਂ ਕਰਦੇ ਹਾਂ ਉਹਨਾਂ ਦੇ ਨਾਲ ਵੀ ਮੀਟਿੰਗ ਹੋਣ ਦੀ ਸੰਭਾਵਨਾ ਹੈਗੀ ਹੈ। ਯਾਨੀ ਕਾਂਗਰਸ ਦਾ ਕਲੇਸ਼ ਜਦ ਅਸੀਂ ਮੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਲੱਗਦਾ ਵੀ ਹੁਣ ਨਵੇਂ ਸਿਰੇ ਤੋਂ ਕਲੇਸ਼ ਸ਼ੁਰੂ ਹੋ ਜਾਏਗਾ। ਔਰ ਮੈਂ ਭਾਸਕਰ ਸਾਹਿਬ ਇਹਦੇ 'ਚ ਇੱਕ ਐਡ ਕਰਦੇ ਹਾਂ, ਜਿਹੜੀ ਲੋਕ ਰਾਏ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤਾ ਚੰਗਾ ਨਹੀਂ ਸਮਝਦੀ। ਆਪਾਂ ਇਹ ਮੰਨ ਕੇ ਚੱਲੀਏ ਕੈਪਟਨ ਅਮਰਿੰਦਰ ਸਿੰਘ 4.5 ਸਾਲ ਲੋਕਾਂ ਦੀ ਨਜ਼ਰ ਦੇ ਵਿੱਚ ਨਖਿੱਧ ਸਾਬਤ ਹੋਇਆ। ਬਹੁਤ ਸਾਰੇ ਮੁੱਦੇ ਤਾਂ ਹੀ ਤਾਂ
ਇਹ ਜਿਹਨੂੰ ਕਾਂਗਰਸ ਨੂੰ ਵੀ ਇਹ ਨਜ਼ਰ ਆਇਆ ਕਿ ਜਿਹੜੀ ਇਹ ਸਰਕਾਰ ਦੇ ਖਿਲਾਫ ਲਹਿਰ ਆ ਰੋਹ ਆ, ਇਹਨੂੰ ਬਦਲਿਆ ਜਾਵੇ, ਚਿਹਰਾ ਬਦਲ ਕੇ, ਸਰਕਾਰ ਬਦਲ ਕੇ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਣ ਵਾਲੇ ਲੋਕ ਜਾਂ ਬਾਕੀ ਉਹ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਨਾਲ ਜੋੜ ਕੇ ਤਾਂ ਦੇਖ ਸਕਦੇ ਆ, ਲੇਕਿਨ ਜਿੱਥੋਂ ਤੱਕ ਸਵਾਲ ਲੋਕਾਂ ਦੀਆਂ ਖਾਹਿਸ਼ਾਂ ਦਾ ਹੈ, ਸਾਡੀ ਤੇ ਮੇਰੀ ਤੁਹਾਡੀ ਖਾਹਿਸ਼ ਵੀ ਤਾਂ ਇਹੀ ਹੈ ਕਿ ਮਗਰਲੇ 6 ਮਹੀਨੇ 'ਚ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ, ਲੋਕਾਂ ਦੇ ਪ੍ਰੈਸ਼ਰ ਵੀ ਮਗਰਲੇ ਕੁਝ ਮਹੀਨਿਆਂ 'ਚ ਹੀ ਹੁੰਦੇ ਆ, ਇਹਨਾਂ ਮਹੀਨਿਆਂ 'ਚ ਹੀ ਬਹੁਤ ਨਿਰਣਾਇਕ ਸਿੱਟਿਆਂ ਤੇ ਪਹੁੰਚਿਆ ਜਾਂਦਾ ਹੈ। ਸੋ ਜਿਹੜੇ ਇਹ ਦੌਰ 'ਚ ਆਪਾਂ ਜੀ ਰਹੇ ਹਾਂ, ਜੇ ਇਹਦੇ 'ਚ ਕੁਝ ਨਹੀਂ ਹੁੰਦਾ, ਜੇ ਲੋਕਾਂ ਦੇ ਮੁੱਦੇ ਐਡਰੈਸ ਨਹੀਂ ਹੁੰਦੇ, ਇਹ ਜਿਹੜੇ ਬਹੁਤ ਸਾਡੇ ਜਜ਼ਬਾਤ ਨਾਲ ਜੁੜੇ ਆ, ਨਸ਼ਿਆਂ ਤੋਂ ਲੈ ਕੇ ਬੇਅਦਬੀ ਤੱਕ ਦੇ ਮੁੱਦੇ, ਜੇ ਇਹਨਾਂ ਨੂੰ ਵੀ ਇਦਾਂ ਹੀ ਡੰਗ ਟਪਾਤਾ ਜਾਂਦਾ, ਲੰਘਾਤਾ ਜਾਂਦਾ, ਤਾਂ ਫਿਰ ਅਗਲੀ ਸਰਕਾਰ ਜਿਹਦੀ ਵੀ ਆਵੇ ਉਹ ਮੇਰਾ ਨਹੀਂ ਖਿਆਲ ਕਿ ਤੇ ਕੰਨ ਧਰੂਗੀ। ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਹੋਊਗਾ। ਗੱਲ ਤਾਂ ਇਹ ਹੈ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਲਾ ਚੁੱਕੇ ਹੋ, ਨਵੀਂ ਸਰਕਾਰ ਬਣਾ ਚੁੱਕੇ ਹੋ, ਇਸ ਤੋਂ ਬਾਅਦ ਦੇ ਜਿਹੜੇ ਫੈਸਲੇ ਆ ਉਹਨਾਂ 'ਚ ਹੁਣ ਤੱਕ ਇਹ ਨਜ਼ਰ ਨਹੀਂ ਆ ਰਿਹਾ ਕਿ ਤੁਹਾਡੀਆਂ ਤਰਜੀਹਾਂ 'ਚ ਉਹ ਮੁੱਦੇ ਜਿਨ੍ਹਾਂ ਤੇ ਤੁਸੀਂ ਸਾਰੀ ਲੜਾਈ ਲੜੀ ਉਹੋ ਹੀ ਹੋਣ। ਹੁਣ ਇਹ ਬਹੁਤ ਵੱਡਾ ਸਵਾਲ ਆ ਕਿ ਅਜੇ ਤੱਕ ਆਪਸੀ ਵਿਰੋਧ ਨਜ਼ਰ ਆ ਰਿਹਾ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਪਾਰਟੀ ਪ੍ਰਧਾਨ, ਕਈ ਜਗ੍ਹਾ ਤੇ ਡਿਫਰੈਂਸਸ ਨਜ਼ਰ ਆ ਰਹੇ ਆ, ਲੇਕਿਨ ਇਹਨਾਂ ਲੋਕਾਂ ਨੇ ਸਿਰ ਜੋੜ ਕੇ ਮੁੱਦਿਆਂ ਦੇ ਉੱਤੇ 2 ਮਹੀਨੇ 'ਚ ਲੋਕਾਂ ਨੂੰ ਆਪਣਾ ਨਵਾਂ ਚਿਹਰਾ ਸਾਫ਼ ਸੁਥਰਾ ਵਿਖਾ ਕੇ ਸਰਕਾਰ ਲਿਆਉਣੀ ਸੀ, ਜੇ ਕਾਂਗਰਸ ਦੇ ਨਜ਼ਰੀਏ ਤੋਂ ਗੱਲ ਕਰੀਏ। ਸੋ ਮੈਂ ਉਹ ਤੁਹਾਡੇ ਤੋਂ ਪੁੱਛਦਾ ਹਾਂ ਕਿ ਜਿਹੜੀ ਇਹ ਆਪਸੀ ਲੜਾਈ ਆ, ਇਹਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ ਸੰਬੰਧ ਹੈ? ਤੁਹਾਨੂੰ ਲੱਗਦਾ ਹੈ ਕਿ ਇੰਨੀ ਲੜਾਈ ਦੇ ਵਿੱਚ, ਕਿਉਂਕਿ ਜਦੋਂ ਇੱਕ ਫੈਸਲਾ ਲੈਣ ਲੱਗਦਾ ਦੂਜਾ ਉਹਨੂੰ ਵੀਟੋ ਕਰਕੇ ਉਹਦਾ ਵਿਰੋਧ ਕਰ ਜਾਂਦਾ, ਜੇ ਇਹ ਸਿਰ ਨਹੀਂ ਜੋੜਨਗੇ ਤਾਂ ਲੋਕਾਂ ਦੇ ਮਨ ਦੀਆਂ ਖਾਹਿਸ਼ਾਂ, ਲੋਕਾਂ ਦੇ ਅਮਰਿੰਦਰ ਸਿੰਘ ਨਾਲ ਗੁੱਸੇ ਨਾਰਾਜ਼ਗੀਆਂ ਇਹ ਕਿਵੇਂ ਦੂਰ ਕਰ ਸਕਣਗੇ? ਰੰਧਾਵਾ ਜੀ, ਜਿਹੜੀ ਪਹਿਲੀ ਕੈਬਨਿਟ ਮੀਟਿੰਗ ਸੀਗੀ ਉਹ ਰਾਤੀ 8 ਵਜੇ ਦੇ ਕਰੀਬ ਸ਼ੁਰੂ ਹੋਈ ਸੀ ਔਰ ਰਾਤੀ 11:15 ਤੱਕ ਚੱਲੀ ਸੀਗੀ ਜੀ। ਉਮੀਦ ਸੀਗੀ ਵੀ ਅੱਜ ਹੀ ਫੈਸਲੇ ਲਿੱਤੇ ਜਾਣਗੇ ਜੀ। ਅਗਲੀ ਵਾਰ 29 ਤਰੀਕ ਦੀ ਮੀਟਿੰਗ ਰੱਖ ਦਿੱਤੀ ਗਈ ਕਿ ਚਲੋ ਬੁੱਧਵਾਰ ਨੂੰ ਮੀਟਿੰਗ ਹੋਏਗੀ, 29 ਤਰੀਕ ਨੂੰ ਇਸ ਫੈਸਲੇ ਲਿੱਤੇ ਜਾਣਗੇ। ਫਿਰ ਕੈਬਨਿਟ ਦਾ ਵਿਸਤਾਰ ਹੁੰਦਾ ਹੈ। ਇੱਕ ਕੈਬਨਿਟ ਕੱਲ ਵੀ ਹੋਈ ਹੈ, ਬਿਨਾਂ ਵਿਭਾਗਾਂ ਦੇ ਅਲਾਟ ਕੀਤੇ ਹੋਏ। ਇਹ ਕੱਲ ਦੀ ਮੀਟਿੰਗ ਸੀਗੀ, ਉਸ ਮੀਟਿੰਗ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਿਆ। ਅਗਲੀ ਡੇਟ ਅਨਾਉਂਸ ਹੋ ਜਾਂਦੀ ਹੈ 1 ਅਕਤੂਬਰ, ਜਦੋਂ ਕਿਹਾ ਜਾਂਦਾ ਹੈ ਕਿ ਹੁਣ 1 ਅਕਤੂਬਰ ਦੀ ਮੀਟਿੰਗ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਫੈਸਲੇ ਲਿੱਤੇ ਜਾ ਸਕਦੇ ਆ ਜਿਹਦੇ ਕਰਕੇ, ਜਾਂ ਜਿਨ੍ਹਾਂ ਫੈਸਲਿਆਂ, ਜਿਨ੍ਹਾਂ ਮੁੱਦਿਆਂ ਕਰਕੇ ਇਹ ਨਵੀਂ ਸਰਕਾਰ ਚੇਂਜ ਹੋਈ ਹੈ, ਕੈਪਟਨ ਸਾਹਿਬ ਨੂੰ ਲਾਇਆ ਗਿਆ ਤੇ ਚੰਨੀ ਸਾਹਿਬ ਨੂੰ ਉਹਨਾਂ ਨੂੰ ਇੰਸਟਾਲ ਕੀਤਾ ਗਿਆ। ਪਰ ਮੁੱਦਿਆਂ ਦੀ ਰਾਜਨੀਤੀ ਹਜੇ ਤੱਕ ਤੇ ਕਿਸੇ ਜਗ੍ਹਾ ਨਜ਼ਰ ਨਹੀਂ ਆ ਰਹੀ। ਇੱਕ ਫੈਸਲਾ ਮੁੱਖ ਮੰਤਰੀ ਆਪਣੀ ਕੈਬਨਿਟ ਦੇ ਵਿੱਚ ਲੈਂਦੇ ਨੇ ਕਿ ਵੀ ਆ ਜਿਹੜਾ ਰੇਤਾ ਹੈਗਾ, ਜਿਹਦੇ ਖੱਡ ਦਾ ਮਾਲਕ ਹੈਗਾ, ਕਿਸਾਨ ਹੈਗਾ, ਉਹ ਰੇਤਾ ਕੱਢ ਕੇ ਉਹ ਆਪਣੇ ਆਪ ਵੇਚ ਸਕਦਾ ਹੈ, ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ। ਪਰ ਲਾਇਸੈਂਸ ਤੋਂ ਇਲਾਵਾ ਇਹਦਾ ਜਦ ਹਾਈ ਕੋਰਟ ਦੇ ਵਿੱਚ ਹੀਅਰਿੰਗ ਹੁੰਦੀ ਹੈ, ਉੱਥੇ ਉਹ ਖੁਦ ਐਡਮਿਟ ਕਰਦੇ ਨੇ ਕਿ ਅਸੀਂ ਹਜੇ ਤੱਕ ਕੋਈ ਮਾਈਨਿੰਗ ਦੀ ਪਾਲਿਸੀ ਨਹੀਂ ਬਣਾਈ ਗਈ ਜੀ। ਉਹ ਮੁੱਦੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਰੇੜਕਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਸਿੱਧੂ ਉਹਨਾਂ ਦਾ ਪਿਆ ਸੀਗਾ, ਉਹਨਾਂ ਮੁੱਦਿਆਂ ਦੇ ਉੱਤੇ ਇੱਕ ਕਦਮ ਵੀ ਹਜੇ ਤੱਕ ਅੱਗੇ ਨਹੀਂ ਵਧੇ ਗਏ। ਉਮੀਦ ਹੈ ਕਰਦੇ ਹਾਂ ਕਿ 1 ਅਕਤੂਬਰ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ, ਔਰ ਜਦ ਗੱਲ ਹੋਏਗੀ ਤੇ ਗੱਲ ਅੱਗੇ ਵੀ ਤੁਰੇਗੀ। ਪਰ ਫਿਲਹਾਲ ਹਰ ਗੱਲ ਦੇ ਉੱਤੇ ਕਾਂਗਰਸ ਦੇ ਵਿੱਚ ਇੱਕ ਲੜਾਈ ਨਜ਼ਰ ਆਉਂਦੀ ਹੈ, ਇੱਕ ਕਲੇਸ਼ ਨਜ਼ਰ ਆਉਂਦਾ ਹੈ। ਉਸ ਕਲੇਸ਼ ਨੂੰ ਟੈਕਲ ਕਰਨ ਵਾਸਤੇ ਹਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਚੰਨੀ ਉਹਨਾਂ ਤੋਂ ਉਮੀਦ ਸੀਗੀ ਕਿ ਸ਼ਾਇਦ ਉਹਨਾਂ ਮਸਲਿਆਂ ਦੇ ਉੱਤੇ ਉਹ ਹੱਲ ਕਰ ਦੇਣਗੇ, ਪਰ ਲੱਗਦਾ ਨਹੀਂ। ਹਜੇ ਲੜਾਈ ਲੰਬੀ ਚੱਲੇਗੀ। 2-3 ਮਹੀਨੇ ਜਿਹੜੇ ਹੈਗੇ ਨੇ ਉਹ ਮੁੱਦਿਆਂ ਤੇ ਲੜਨ ਦੀ ਬਜਾਏ ਜੇ ਵਿਭਾਗਾਂ ਤੇ ਜਾਂ ਕੁਰਸੀਆਂ ਤੇ ਲੜੋਗੇ ਤੇ ਲੋਕ ਸਾਰੇ ਦੇਖ ਰਹੇ ਨੇ। ਅਗਲੀ ਵਾਰ 2022 ਦੇ ਵਿੱਚ ਹੋਰ ਜ਼ਿਆਦਾ ਮੁਸ਼ਕਿਲ ਆ ਸਕਦੀ ਹੈ ਕਾਂਗਰਸ ਨੂੰ। ਔਰ ਫਿਲਹਾਲ ਅੱਜ ਦੀ ਐਕਟੀਵਿਟੀ ਦੇ ਹਿਸਾਬ ਨਾਲ ਕੋਈ ਸੌਖੀ ਲੜਾਈ ਨਹੀਂ ਹੈਗੀ 2022 ਦੀ, ਜੇ ਮੁੱਦਿਆਂ ਦਾ ਹੱਲ ਨਹੀਂ ਹੁੰਦਾ। ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਇਸ ਵੇਲੇ ਦੇਖੀਏ ਤਾਂ ਸਭ ਤੋਂ ਅਹਿਮ ਸਵਾਲ ਸੀਗਾ, ਲੋਕ ਵੀ ਇਹ ਕਹਿਣਗੇ ਕਿ ਕਿਸੇ ਵੀ ਨਵੇਂ ਮੁੱਖ ਮੰਤਰੀ ਨੂੰ ਤੁਹਾਨੂੰ ਘੱਟੋ ਘੱਟ 1 ਮਹੀਨੇ ਦਾ ਸਮਾਂ ਦੇਣਾ ਚਾਹੀਦਾ, ਉਹਦੀ ਤੋਰ ਦੇਖਣੀ ਚਾਹੀਦੀ ਆ। ਮੁੱਖ ਮੰਤਰੀ ਸਾਹਿਬ ਨੇ ਕੱਲ ਆਪਣੇ 77 ਪੱਧਰ ਦੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ, ਮੈਨੂੰ ਕਮਜ਼ੋਰ ਨਾ ਸਮਝਿਓ, ਮੇਰੀ ਸ਼ਰਾਫਤ ਨੂੰ ਐਵੇਂ ਕਿਤੇ ਅੰਡਰ ਐਸਟੀਮੇਟ ਨਾ ਕਰ ਜਾਇਓ। ਲੇਕਿਨ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ 100 ਦਿਨ ਦਾ ਰੋਡ ਮੈਪ ਦੇ ਦਿਓ। ਜੇ ਅਫਸਰਾਂ ਨੇ ਦੇਣਾ ਹੁੰਦਾ ਤੇ ਕਦੋਂ ਦਾ ਦੇ ਦਿੰਦੇ। 100 ਦਿਨ ਦਾ ਰੋਡ ਮੈਪ ਤਾਂ ਆਪ ਬਣਾਉਣਾ ਪੈਣਾ। ਇਸ ਵੇਲੇ ਸਥਿਤੀ ਇਹ ਸੀ ਕਿ ਨੀਤੀ ਬਣਾਉਣ ਵਾਲੇ 2 ਮਹੀਨਿਆਂ 'ਚ ਆਪਣਾ ਕੰਮ ਕਰਕੇ ਦਿਖਾਉਣ, ਪਹਿਲੇ ਹਫ਼ਤੇ 10 ਦਿਨ ਦੇ ਵਿੱਚ ਉਹ ਕਹਿ ਦੇਣ ਕਿ ਅਗਲੇ 1 ਮਹੀਨੇ 'ਚ ਕਰੋ, ਜਾਂ ਹਫ਼ਤੇ ਦਾ ਇੱਕ ਰੋਡ ਮੈਪ ਹੋਣਾ ਚਾਹੀਦਾ ਸੀ ਕਿ ਇਸ ਹਫ਼ਤੇ ਦੇ ਆਹ ਟਾਸਕ ਨੇ, ਅਗਲੇ ਹਫ਼ਤੇ ਦੇ ਇਹ ਟਾਸਕ ਨੇ, ਅਗਲੇ ਹਫ਼ਤੇ ਦੇ ਆਹ ਟਾਸਕ ਆ।
ਸਵਾਲ ਤਾਂ ਤਿੰਨ ਚਾਰ ਹੀ ਸੀ ਵੱਡੇ ਮੇਨ। ਇੱਕ ਤਾਂ ਜਿਹੜਾ ਐਗਰੀਮੈਂਟ ਸੀਗੇ ਬਿਜਲੀ ਸਮਝੌਤਿਆਂ ਦੇ, ਕੇਜਰੀਵਾਲ ਸਦਾ ਬਿਜਲੀ ਬਿੱਲਾਂ ਦੀ ਗੱਲ ਕਰਦੇ ਆ। ਜੇ ਕੈਪਟਨ ਸਰਕਾਰ ਨਾਕਾਮ ਹੋਈ ਤਾਂ ਇਹ ਵਾਲੇ ਆਉਂਦੇ ਹੀ ਕਰ ਸਕਦੇ ਆ, ਰੀਵਿਜ਼ਿਟ ਹੋ ਸਕਦੇ ਸੀ ਬਿਜਲੀ ਸਮਝੌਤੇ, ਰਿਵਿਊ ਹੋ ਸਕਦੇ ਸੀ, ਲੇਕਿਨ ਇਹਨਾਂ ਦੇ ਉੱਤੇ ਅਜੇ ਗੱਲ ਹੋਣੀ ਆ। ਇਹਦੇ ਅਗਲੇ ਬੰਨੇ ਜਿਹੜੇ ਬੇਅਦਬੀ ਔਰ ਜਿਹੜੇ ਨਸ਼ੇ ਦੇ ਮੁੱਦੇ ਸੀਗੇ, ਮਾਈਨਿੰਗ ਦੇ ਮੁੱਦੇ ਸੀ, ਬਹੁਤ ਸਾਰੇ ਮੁੱਦਿਆਂ ਦੇ ਉੱਤੇ ਵਨ ਬਾਏ ਵਨ ਤੁਸੀਂ ਅੱਗੇ ਵੱਧ ਸਕਦੇ ਸੀ, ਵਧਣਗੇ ਵੀ ਮੈਨੂੰ ਪਤਾ ਹੈ, ਲੇਕਿਨ ਜਿਹੜੀਆਂ ਨਿਯੁਕਤੀਆਂ ਹੋਈਆਂ ਉਹ ਆਪਾ ਵਿਰੋਧੀ ਕਿਤੇ ਕਿਤੇ ਲੱਗਦੀਆਂ ਨੇ। ਜਿਹੜੇ ਐਡਵੋਕੇਟ ਜਨਰਲ ਲਾਏ ਗਏ ਨੇ ਉਹ ਇੱਕ ਵੱਡੇ ਟੀਵੀ ਚੈਨਲ ਨੂੰ, ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਆ ਕਹਿੰਦੇ ਨੇ ਕਿ ਮੈਂ ਬੇਅਦਬੀ ਮਾਮਲਿਆਂ ਦੇ ਵਿੱਚ ਵਕੀਲ ਨਹੀਂ ਸੀ, ਮੈਂ ਤਾਂ ਜਿਹੜੀ ਗੋਲੀ ਕਾਂਡ ਸੀ ਉਹਦੇ ਵਿੱਚ ਵਕੀਲ ਸੀ। ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਸਦਾ ਆਪਣੀ ਫੇਸਬੁੱਕ ਦੇ ਉੱਤੇ, ਆਪਣੇ ਟਵਿੱਟਰ ਹੈਂਡਲ ਦੇ ਉੱਤੇ ਉਹ ਵੀਡੀਓਜ਼ ਵੀ ਜਾਰੀ ਕਰਦੇ ਰਹੇ ਆ ਜਿਹੜੀਆਂ ਕੋਟਕਪੂਰੇ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਦੀ ਗੱਲ ਹੁੰਦੀ ਰਹੀ ਆ, ਔਰ ਅਕਾਲੀਆਂ ਨੂੰ ਕਟਹਿਰੇ 'ਚ ਠਹਿਰਾਉਂਦੇ ਰਹੇ। ਗੱਲ ਤੇ ਉਹਨਾਂ ਮੁੱਦਿਆਂ ਦੀ ਸੀ ਕਿ 2 ਬੰਦੇ ਮਾਰੇ ਗਏ ਲੇਕਿਨ ਇਨਸਾਫ ਨਾ ਮਿਲਿਆ। ਇਹਨਾਂ ਮਾਮਲਿਆਂ ਦੇ ਵਿੱਚ ਹੀ ਮਾਣਯੋਗ ਉੱਚ ਅਦਾਲਤ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਰਿਪੋਰਟ ਸੀ ਖਾਰਜ ਕਰਤੀ, ਉਹ SIT ਖਾਰਜ ਕਰਤੀ। ਇਹਨਾਂ ਮਾਮਲਿਆਂ ਦੇ ਨਾਲ ਜੁੜਦਾ ਸੀ ਸਮਿਤ ਸਿੰਘ ਸੈਣੀ ਦਾ ਜਿਹੜਾ ਬੇਅਦਬੀ ਮਾਮਲਿਆਂ ਨਾਲ ਵੀ ਜੁੜਿਆ ਹੋਇਆ ਵਿਅਕਤੀ ਹੈ ਉਹਨਾਂ ਮਾਮਲਿਆਂ 'ਚ, ਔਰ ਉਸ ਤੋਂ ਬਾਅਦ ਉਹ ਕਈ ਤਰ੍ਹਾਂ ਦੇ ਹੋਰ ਕੇਸਾਂ 'ਚ ਵੀ ਮੁਲਵਸ ਨੇ। ਹੁਣ ਉਹਨਾਂ ਦੇ ਵਿੱਚ ਵੀ ਸਰਦਾਰ AP ਸਿੰਘ ਜਿਹੜੇ ਦਿਓਲ ਹੈਗੇ ਆ, ਉਹਨਾਂ ਦੇ ਵਕਾਲਤ ਦਾ ਜ਼ਿਕਰ ਹੈ। ਉਹ ਬਹੁਤ ਬਿਹਤਰ ਵਕੀਲ ਆ, ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਕਮਿਟਡ ਨੇ, ਕਮਿਟਡ, ਆਪਣੇ ਕਲਾਇੰਟ ਲਈ ਲੜਨਾ ਉਹਨਾਂ ਦਾ ਪ੍ਰੋਫੈਸ਼ਨ ਆ, ਐਜ਼ ਅ ਪ੍ਰੋਫੈਸ਼ਨਲ ਉਹ ਬਹੁਤ ਬਿਹਤਰੀਨ ਆ। ਲੇਕਿਨ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਨੇ ਚਿਹਰਾ ਦਿਖਾਉਣਾ ਲੋਕਾਂ ਨੂੰ, ਉਹੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ 2 ਮਹੀਨੇ ਸਰਦਾਰ AP ਸਿੰਘ ਦਿਓਲ ਨੇ ਲੜਨਾ ਹੈ। ਨੈਤਿਕ ਤੌਰ ਤੇ ਜਾਂ ਹੋਰ ਪੱਧਰਾਂ ਦੇ ਉੱਤੇ ਮੈਨੂੰ ਨਹੀਂ ਪਤਾ ਵਕਾਲਤ ਦੀਆਂ ਜਾਂ ਬਾਰ ਐਸੋਸੀਏਸ਼ਨ ਜਾਂ ਮਾਣਯੋਗ ਅਦਾਲਤਾਂ ਦੇ ਕੀ ਰਸਮੋ ਰਿਵਾਜ ਨੇ, ਲੇਕਿਨ ਸੁਣਿਆ ਹੈ ਕਿ ਜਿਹੜੇ ਕੇਸ ਵਿੱਚ ਤੁਸੀਂ ਪਹਿਲਾਂ ਅਪੀਅਰ ਹੋਵੋ ਉਹਦੇ ਵਿਰੋਧੀ ਵਜੋਂ ਤੁਸੀਂ ਦੁਬਾਰਾ ਅਪੀਅਰ ਸ਼ਾਇਦ ਨਹੀਂ ਹੋ ਸਕਦੇ। ਉਹਨਾਂ ਦੀਆਂ ਆਪਣੀਆਂ ਤਰਜੀਹਾਂ ਹੋਣਗੀਆਂ। ਹੋ ਸਕਦਾ ਸਰਕਾਰ ਦੀ ਨਜ਼ਰ ਦੇ ਵਿੱਚ ਇਹ ਵੀ ਹੋਵੇ ਕਿ ਜਿਸ ਵਿਅਕਤੀ ਨੂੰ ਇਹਨਾਂ ਦੀਆਂ ਚੋਰ ਮੋਰੀਆਂ ਦਾ ਪਤਾ ਹੈ ਉਹ ਆਪਣੇ ਵਕੀਲ ਅੱਗੇ ਕਰਕੇ ਸਰਕਾਰ ਨੂੰ ਜਿੱਤ ਦਵਾ ਸਕਦਾ ਹੈ। ਇਹ ਗਿਣਤੀਆਂ ਮਿਣਤੀਆਂ ਤਾਂ ਹੋ ਸਕਦੀਆਂ, ਲੇਕਿਨ ਇਹ ਗਿਣਤੀਆਂ ਮਿਣਤੀਆਂ ਕਲੀਅਰ ਹੋਣੀਆਂ ਚਾਹੀਦੀਆਂ। ਲੋਕਾਂ ਦੇ ਡਾਊਟ ਆ ਗਏ ਨਾ ਮਨ 'ਚ ਕਿ ਤੁਸੀਂ ਆਏ ਸੀ ਇਹਨਾਂ ਮਾਮਲਿਆਂ ਦੇ ਉੱਤੇ, ਇਹਨਾਂ ਮਾਮਲਿਆਂ ਦੇ ਉੱਤੇ ਸੁਹਿਰਦ ਨਜ਼ਰ ਆਓ। ਇਹ ਚੀਜ਼ਾਂ ਜਿਹੜੀਆਂ ਨੇ ਇਹ ਮੁਸ਼ਕਲ ਖੜੀ ਕਰਦੀਆਂ ਨੇ। ਇਹ ਨਵਜੋਤ ਸਿੰਘ ਸਿੱਧੂ ਲਈ ਬਹੁਤ ਔਖਾ ਹੋ ਗਿਆ ਫੇਸ ਸੇਵਿੰਗ, ਉਹਨਾਂ ਲਈ ਆਪਣਾ ਚਿਹਰਾ, ਆਪਣਾ ਅਕਸ ਬਚਾਉਣਾ। ਉਹਨਾਂ ਨੂੰ ਕਿਸੇ ਵੀ ਪਲੇਟਫਾਰਮ ਤੋਂ ਆ ਕੇ ਗੱਲ ਕਰਨੀ ਪਊਗੀ ਕਿ ਇਹ ਜਿਹੜੀਆਂ ਜਿਸ ਤਰ੍ਹਾਂ ਦੀ ਦਿਸ਼ਾ ਨੂੰ ਵੱਧ ਰਹੇ ਆ ਉਹਨਾਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਕਿਵੇਂ, ਜਾਂ ਜਿਹੜੇ ਮੁੱਦੇ ਲਏ ਉਹਨਾਂ ਨੂੰ ਕਿਵੇਂ ਐਡਰੈਸ ਕਰੋਗੇ। ਉਹ 3 ਮੁੱਦਿਆਂ ਤੇ ਲਗਾਤਾਰ ਅੜਦੇ ਰਹੇ ਨੇ, ਜਿਨ੍ਹਾਂ 'ਚ ਸੁਖਜਿੰਦਰ ਰੰਧਾਵਾ ਵੀ ਅੜਦੇ ਰਹੇ ਨੇ। ਇੱਕ ਤਾਂ ਬੇਅਦਬੀ ਵਾਲਾ, ਦੂਜਾ ਨਸ਼ੇ ਵਾਲਾ, ਤੀਜਾ ਜਿਹੜੇ PPA ਐਗਰੀਮੈਂਟ ਹੈਗੇ ਆ, ਇਹਨਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਔਰ ਰੰਧਾਵਾ ਖੜਦੇ ਰਹੇ ਨੇ। ਸਮੇਤ ਸਿੰਘ ਸੈਣੀ ਵਾਲੇ ਮਾਮਲਿਆਂ 'ਚ ਰੰਧਾਵਾ ਸਾਹਿਬ ਦੀਆਂ ਸਟੇਟਮੈਂਟ ਬੜੀਆਂ ਤਿੱਖੀਆਂ ਰਹੀਆਂ ਨੇ। ਇਹਦੇ ਉੱਤੇ ਤੁਹਾਨੂੰ ਆਪਣੀ ਫੇਸ ਸੇਵਿੰਗ, ਆਪਣਾ ਅਕਸ ਬਚਾਉਣਾ, ਤੁਸੀਂ ਵੈਸੇ ਭਾਸਕਰ ਸਾਹਿਬ ਇਹਨੂੰ ਸਮਝਦੇ ਕਿਵੇਂ ਹੋ ਕਿ ਹੁਣ ਅਕਸ ਬਚਾਏ ਕਿਵੇਂ ਜਾਣਗੇ? ਅਕਸ ਬਚਾਉਣ ਵਾਸਤੇ ਕੰਮ ਕਰਨੇ ਪੈਣਗੇ। ਹਜੇ ਤੱਕ ਇਸ ਸਰਕਾਰ ਨੇ, ਖਾਸ ਕਰਕੇ ਚੰਨੀ ਸਾਹਿਬ ਦੀ ਨਵੀਂ ਸਰਕਾਰ ਨੇ, ਜੋ ਵੀ ਫੈਸਲੇ ਲਿੱਤੇ ਨੇ ਉਹ ਫੈਸਲੇ ਅੰਤਿਮ ਟਾਈਮ ਤੇ ਬਦਲ ਦਿੱਤੇ ਗਏ ਨੇ। ਪਹਿਲੇ ਐਡਵੋਕੇਟ ਜਨਰਲ ਦਾ ਨਾਂ ਚੱਲਦਾ ਸੀਗਾ ਪਟਵਾਲੀਆ ਸਾਹਿਬ ਦਾ, ਤਕਰੀਬਨ ਉਹਨਾਂ ਦੀ ਫਾਈਲ ਵੀ ਮੂਵ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਗੱਲ ਚੱਲੀ ਅਨਮੋਲ ਰਤਨ ਸਿੱਧੂ ਉਹਨਾਂ ਦੀ, ਉਹ ਵੀ ਗੱਲ ਰੁਲ ਗਈ। ਹੁਣ ਗੱਲ APS ਦਿਓਲ ਤੇ ਟਿੱਕੀ ਤੇ ਹੈ, ਉਹਨਾਂ ਦੇ ਆਰਡਰ ਵੀ ਹੋ ਗਏ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਜਦ ਗੱਲ ਪਟਵਾਲੀਆ ਸਾਹਿਬ ਦੀ ਚੱਲੀ ਸੀ ਤੇ ਉਹਨਾਂ ਦੇ ਵਾਸਤੇ ਇਹ ਗੱਲ ਕਹੀ ਸੀ ਕਿ ਉਹ BJP ਦੇ ਵੀ ਕੁਝ ਕੇਸ ਲੜਦੇ ਨੇ, ਇਸ ਕਰਕੇ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਗਿਆ। ਹੁਣ ਜਦ ਦਿਓਲ ਸਾਹਿਬ ਨੂੰ ਸਿਲੈਕਟ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਇਹ ਸੈਣੀ ਸਾਹਿਬ ਦੇ ਵੀ ਕੇਸ ਲੜਦੇ ਨੇ। ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਇੱਕ ਮੁੱਦਾ ਵੀ ਬਣਾਇਆ ਔਰ ਪੁਰਜੋਰ ਤਰੀਕੇ ਨਾਲ ਕਿਹਾ ਵੀ ਇਸ ਤਰੀਕੇ ਨਾਲ ਤੇ ਇਸ ਸਰਕਾਰ ਤੋਂ ਕੋਈ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ, ਭਾਵੇਂ ਬੇਅਦਬੀਆਂ ਦੇ ਮੁੱਦੇ ਹੋਣ ਔਰ ਭਾਵੇਂ ਗੋਲੀकांड ਹੋਏ ਕੋਟਕਪੂਰਾ ਬਹਿਬਲ ਕਲਾਂ ਦਾ, ਜਾਂ ਫਿਰ PPA ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ। ਇਹਨਾਂ ਮੁੱਦਿਆਂ ਦੇ ਉੱਤੇ ਸ਼ਾਇਦ ਜੋ ਸੈਣੀ ਉਹਨਾਂ ਦੇ ਵਕੀਲ ਪਹਿਲੇ ਰਹਿ ਚੁੱਕੇ ਨੇ ਔਰ ਜਿਸ ਤਰੀਕੇ ਨਾਲ ਸੈਣੀ ਉਹਨਾਂ ਨੇ ਬਚਾਇਆ, ਔਰ ਹਾਈ ਕੋਰਟ ਦੇ ਆਰਡਰ ਦੇ ਰਾਹੀਂ ਇੱਕ ਰਾਤ ਅਰੈਸਟ ਜ਼ਰੂਰ ਕੀਤਾ ਸੀਗਾ ਸੈਣੀ ਉਹਨਾਂ ਨੂੰ, ਪਰ ਸਾਰੇ ਕੇਸਾਂ ਦੇ ਵਿੱਚ ਬਲੈਂਕਟ ਬੇਲ ਅਕਤੂਬਰ ਮਤਲਬ 2022 ਦੇ ਇਲੈਕਸ਼ਨ ਤੱਕ ਦਵਾਈ, ਉਹ ਆਪਣੇ ਆਪ ਵਿੱਚ ਉਹਨਾਂ ਦੀ ਵਕਾਲਤ ਵਜੋਂ ਇੱਕ ਬਹੁਤ ਵੱਡੀ ਅਚੀਵਮੈਂਟ ਸੀਗੀ। ਉਸ ਅਚੀਵਮੈਂਟ ਨੂੰ ਆਪਾਂ ਹੁਣ ਕਾਊਂਟਰ ਕਿੱਦਾਂ ਕਰਾਂਗੇ ਜਦ ਉਹਨਾਂ ਨੂੰ ਐਡਵੋਕੇਟ ਜਨਰਲ ਲਾ ਦਾਂਗੇ। ਉਸ ਐਡਵੋਕੇਟ ਜਨਰਲ ਨੂੰ ਆਪਣੇ ਹੀ ਕਲਾਇੰਟ ਦੇ ਖਿਲਾਫ ਕਿੱਦਾਂ ਖੜਨਾ ਪਏਗਾ ਕੋਰਟ ਦੇ ਵਿੱਚ, ਉਹਦੇ ਵਿੱਚ ਵੀ ਕਾਫੀ ਜਿਹੜੇ ਕਨਫਲਿਕਟ ਆਫ ਇੰਟਰਸਟ ਹੈਗੇ ਨੇ। ਹੁਣ ਇੱਦਾਂ ਦੇ ਹਾਲਾਤ ਵਿੱਚ ਇਹ ਸਰਕਾਰ ਤੋਂ ਕੋਈ ਬਹੁਤੀ ਉਮੀਦ ਤੇ ਨਹੀਂ ਕਿ ਆਉਣ ਵਾਲੇ ਟਾਈਮ ਵਿੱਚ ਜਿਹੜੇ ਉਹ ਇੰਪੋਰਟੈਂਟ ਮੁੱਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਕੇਸ ਵੀ ਚੱਲਣਗੇ, ਔਰ ਭਾਵੇਂ ਉਹ PPA ਦੇ ਐਗਰੀਮੈਂਟਸ ਹੋਣ
ਕਿਹਾ ਜਾਂਦਾ ਹੈ ਕਿ ਜਦ ਕਦੀ ਵੀ ਇਹਨਾਂ ਐਗਰੀਮੈਂਟ ਨੂੰ ਰੱਦ ਕੀਤਾ ਗਿਆ ਤੇ ਜੀ ਉਹ ਕੰਪਨੀਆਂ ਹਾਈ ਕੋਰਟ ਵਿੱਚ ਜਾ ਕੇ ਆਪਣੀ ਸਟੇ ਲੈ ਕੇ ਆ ਜਾਣਗੇ। ਇੱਦਾਂ ਦੇ ਹਾਲਾਤ ਦੇ ਵਿੱਚ ਐਡਵੋਕੇਟ ਜਨਰਲ ਦਾ ਸਟਰੋਂਗ ਹੋਣਾ, ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਾਲਾ ਹੋਣਾ ਔਰ ਪੰਜਾਬ ਦੇ ਪੱਖ ਨੂੰ ਪੁਰਜ਼ੋਰ ਤਰੀਕੇ ਨਾਲ ਕੋਰਟਾਂ ਦੇ ਵਿੱਚ ਰੱਖਣ ਦੀ ਗੱਲ ਕਰਨਾ, ਸਾਨੂੰ ਦਿਓਲ ਸਾਹਿਬ ਦੀ ਕਾਬਲੀਅਤ ਦੇ ਉੱਤੇ ਕੋਈ ਸ਼ੱਕ ਨਹੀਂ ਹੈਗਾ। ਪਰ ਨਾਲ ਦੇ ਨਾਲ ਇਸ ਗੱਲ ਨੂੰ ਵੀ ਦੇਖਣਾ ਹੋਏਗਾ ਕਿ ਕੀ ਉਹ ਆਪਣੇ ਪਹਿਲੇ ਕਲਾਇੰਟ ਨੂੰ ਬਚਾਉਂਦੇ ਨੇ ਜਾਂ ਫਿਰ ਆਪਣੇ ਨਵੀਂ ਕਲਾਇੰਟ ਕਹਿ ਲਓ ਜਾਂ ਐਡਵੋਕੇਟ ਜੀ ਜਨਰਲ ਜਿਸ ਪੰਜਾਬ ਸਰਕਾਰ ਦੇ ਉਹ ਲੱਗੇ ਨੇ ਉਹਨਾਂ ਦਾ ਪੁਰਜ਼ੋਰ ਜਿਹੜਾ ਉਹਨਾਂ ਦਾ ਪੱਖ ਉਹ ਕੋਰਟਾਂ ਦੇ ਵਿੱਚ ਰੱਖਦੇ ਨੇ। ਚਲੋ ਹਜੇ ਇਹ ਕਹਿਣਾ ਜਲਦੀ ਹੋਏਗਾ, ਪਰ ਫਿਲਹਾਲ ਉਹਨਾਂ ਦਾ ਐਡਵੋਕੇਟ ਜਨਰਲ ਲੱਗਣਾ ਤੇ ਅੱਗੇ ਦੀ ਕਾਰਵਾਈ ਵਾਸਤੇ ਅੱਗੇ ਵਧਣਾ, ਇਹ ਆਪਣੇ ਆਪ ਵਿੱਚ ਪੰਜਾਬ ਦੇ ਵਿੱਚ ਇੱਕ ਵੱਡੀ ਤਬਦੀਲੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਪਰ ਅੱਗੇ ਚੱਲ ਕੇ ਪੰਜਾਬ ਦਾ ਪੱਖ ਸਹੀ ਤਰੀਕੇ ਨਾਲ ਭੋਰਨ, ਇਹਦੀ ਉਮੀਦ ਅਸੀਂ ਐਡਵੋਕੇਟ ਜਨਰਲ ਸਾਹਿਬ ਨਾਲ ਕਰਦੇ। ਬਿਲਕੁਲ ਠੀਕ ਹੈ। ਇਹ ਉਮੀਦ ਕਰਨੀ ਬਣਦੀ ਹੈ ਕਿ ਪੰਜਾਬ ਦੇ ਕੇਸ ਲਗਾਤਾਰ ਕੋਰਟਾਂ ਦੇ ਵਿੱਚੋਂ ਹਾਰੇ ਜਾਂਦੇ ਰਹੇ ਆ, ਬਹੁਤ ਵੱਡੇ ਸਵਾਲ ਉੱਠਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਦੀ ਲੀਗਲ ਟੀਮ ਤੇ, ਔਰ ਬਹੁਤ ਸਾਰੇ ਜਿਹੜੇ ਹੁਣ ਇਸ ਵੇਲੇ ਸਰਕਾਰ ਦਾ ਵੱਡਾ ਚਿਹਰਾ ਨੇ, ਇਹ ਉਦੋਂ ਵਜ਼ੀਰ ਹੁੰਦਿਆਂ ਵੀ ਕਹਿੰਦੇ ਰਹੇ ਆ ਕਿ ਕਿਉਂ ਨਹੀਂ ਬਦਲਦੇ ਤੁਸੀਂ ਆਪਣਾ ਐਡਵੋਕੇਟ ਜਨਰਲ, ਕਿਉਂ ਨਹੀਂ ਬਦਲਦੇ। ਖਾਸ ਤੌਰ ਤੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਬਾਰ-ਬਾਰ ਕਹਿੰਦੇ ਰਹੇ ਬਦਲੋ। ਹੁਣ ਸਵਾਲ ਫਿਰ ਖੜਾ ਹੋ ਗਿਆ ਕਿ ਤੁਸੀਂ ਜਿਨ੍ਹਾਂ ਮੁੱਦਿਆਂ ਤੇ ਖੜੇ ਸੀ ਉਹਨਾਂ ਮੁੱਦਿਆਂ ਨੂੰ ਐਡਰੈਸ ਕਿਵੇਂ ਕਰੋਗੇ। ਬਹੁਤ ਸਾਰੇ ਕੇਸ ਪੰਜਾਬ ਸਰਕਾਰ ਤੇ ਜਿੱਤੇ ਵੀ ਜਾਣਗੇ, ਚ ਕੋਈ ਦੋਰਾਵਾਂ ਨਹੀਂ, ਪਰ ਦਿਲ ਜਿੱਤਨੇ ਬਹੁਤ ਅਹਿਮ ਆ ਲੋਕਾਂ ਦੇ ਕਿ ਜਿਹੜੇ ਕੇਸਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਉਹ ਕਿੱਦਾਂ ਐਡਰੈਸ ਹੋਣਗੇ। ਇਹ ਤਾਂ ਹੁਣ ਏਪੀਐਸ ਦਿਓਲ ਦੇਖਣਗੇ ਕਿ ਉਹਨਾਂ ਨੇ ਕੀ ਰਣਨੀਤੀ ਬਣਾਈ ਹੈ, ਜਾਂ ਸਰਕਾਰ 'ਚ ਆਉਣ ਤੋਂ ਪਹਿਲਾਂ ਜਾਂ ਮੁੱਖ ਮੰਤਰੀ ਜਾਂ ਬਾਕੀ ਲੋਕਾਂ ਨਾਲ ਉਹਨਾਂ ਦੀ ਕੀ ਕਮਿਟਮੈਂਟ ਹੋਈ ਆ, ਕਿੰਨਾ ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਆ। ਇਹ ਨਿਯੁਕਤੀਆਂ ਵੱਡੀਆਂ ਹੁੰਦੀਆਂ, ਗਹਿ ਗਚ ਮੰਥਨ ਹੁੰਦਾ ਹੋਊਗਾ, ਲੇਕਿਨ ਇਹਦੇ ਨਾਲ ਇੱਕ ਸਵਾਲ ਖੜਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਮਾਲਵੇ ਵਾਲੀ ਸਾਈਡ ਤੋਂ, ਸ਼ਾਇਦ ਕੁਲਜੀਤ ਸਿੰਘ, ਉਹਨਾਂ ਨੇ ਤਾਂ ਬਹੁਤ ਵੱਡਾ ਵਿਰੋਧ ਕੀਤਾ ਕਿ ਫੇਸ ਜਿਹੜਾ ਉਹ ਸਾਫ਼ ਹੋ ਗਿਆ, ਲੇਕਿਨ ਦੂਜੇ ਬੰਨੇ ਅਕਾਲੀ ਦਲ ਵੱਲੋਂ ਇਹਨਾਂ ਮਾਮਲਿਆਂ ਤੇ ਚੁੱਪ ਧਾਰੀ ਗਈ ਆ। ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਆ ਕਿ ਅਕਾਲੀ ਦਲ ਜਿਹੜਾ ਮੂਹਰਲੀਆਂ ਸਫਾਂ ਦੇ ਵਿੱਚ 2022 ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ, ਉਹਦਾ ਵੱਖ-ਵੱਖ ਸੈਂਸਿਟਿਵ ਮੁੱਦਿਆਂ ਦੇ ਉੱਤੇ ਬੋਲਣ ਤੋਂ ਪਾਸਾ ਵੱਟਣਾ, ਆਨਾਕਾਨੀ ਕਰਨੀ। ਪਹਿਲਾਂ ਇਲਜ਼ਾਮ ਲੱਗਦੇ ਰਹੇ ਕੈਪਟਨ ਅਮਰਿੰਦਰ ਸਿੰਘ ਔਰ ਅਕਾਲੀਆਂ ਦੇ ਰਲੇ ਹੋਣ ਤੇ, ਹੁਣ ਅਕਾਲੀਆਂ ਦੀ ਚੁੱਪ ਕਿਸ ਦਿਸ਼ਾ ਨੂੰ ਜਾਂਦੀ ਆ, ਇਹ ਵੀ ਅਗਲੇ ਦਿਨਾਂ 'ਚ ਸਵਾਲ ਚੁੱਕੇ ਜਾਣਗੇ। ਸਰਕਾਰ ਦੇ ਅੰਦਰ ਆਪਸੀ ਸਦਭਾਵਨਾ ਨੂੰ ਲੈ ਕੇ ਵੀ ਗੱਲਾਂ ਉੱਠਣਗੀਆਂ। ਮੈਂ ਇਹ ਤੁਹਾਡੇ ਕੋਲ ਜਾਂਦੇ ਜਾਂਦੇ ਜਾਣਨਾ ਚਾਹੁੰਦਾ ਹੈ ਕਿ ਆਉਂਦੇ ਦਿਨੀ ਤਸਵੀਰ ਕਿਸ ਤਰ੍ਹਾਂ ਦੀ ਦੇਖਦੇ ਹੋ ਸਿਆਸਤਾਂ ਦੀ, ਕਿਉਂਕਿ ਗਹਿ ਗਚ ਲੜਾਈਆਂ ਨੇ, 4-5 ਮਹੀਨੇ ਇਲੈਕਸ਼ਨ 'ਚ ਲੰਘ ਜਾਂਦੇ ਹੁੰਦੇ ਆ। ਜੇ ਆਪਾਂ ਦਸੰਬਰ ਦੇ ਅੱਧ ਤੋਂ ਬਾਅਦ ਕਿਸੇ ਵੇਲੇ ਵੀ ਚੋਣ ਜਾਬਤਾ ਲੱਗਣ ਦੀ ਉਮੀਦ ਕਰੀਏ ਤਾਂ ਵਾਕਿਆ ਹੀ ਦਿਨ 100 ਕੁ ਹੀ ਬਚੇ ਨੇ ਜਾਂ 100 ਤੋਂ ਵੀ ਘੱਟ ਬਚੇ ਨੇ। ਤੇ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਦੀ ਤੁਸੀਂ ਪੰਜਾਬ ਦੀ ਜਿਹੜੇ ਦ੍ਰਿਸ਼ ਹੈ ਸਿਆਸੀ, ਜੋ ਤੁਸੀਂ ਤਸਵੀਰ ਕਹੋਗੇ ਉਹ ਦੇਖਦੇ ਹੋ, ਕਿਹੋ ਜਿਹੀ ਦੇਖਦੇ ਹੋ? ਰੰਧਾਵਾ ਜੀ, ਹੁਣੇ ਜੋ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਨੇ, ਕਾਂਗਰਸ ਦੀ ਸਰਕਾਰ ਚੇਂਜ ਹੋਈ, ਮੁੱਖ ਮੰਤਰੀ ਦਾ ਚਿਹਰਾ ਚੇਂਜ ਹੋਇਆ, ਬਹੁਤ ਸਾਰੀ ਉਮੀਦਾਂ ਹੈਗੀਆਂ। ਹਜੇ ਇਹ ਕਹਿਣਾ ਜਲਦੀ ਹੋਏਗਾ ਕਿ ਉਹਨਾਂ ਉਮੀਦਾਂ ਤੇ ਆ ਸਰਕਾਰ ਖਰੀ ਉਤਰੇਗੀ ਜਾਂ ਨਹੀਂ ਉਤਰੇਗੀ। ਦੂਜੇ ਪਾਸੇ ਅਗਰ ਅਕਾਲੀ ਦਲ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਆਪਣੀ ਚਾਲ ਪਹਿਲੇ ਚੱਲਦੀ ਸੀ ਔਰ ਉਹਨਾਂ ਨੇ 100 ਦਿਨ ਦਾ ਪ੍ਰੋਗਰਾਮ ਉਡੀਕਿਆ ਸੀਗਾ। ਉਹ ਕਿਸਾਨੀ ਸੰਘਰਸ਼ ਕਰਕੇ ਫਿਲਹਾਲ ਠੰਡੇ ਵਸਤੇ 'ਚ ਪਿਆ ਹੋਇਆ, ਕਿਉਂਕਿ ਕੱਲ ਵੀ ਜਦ ਭਾਰਤ ਬੰਦ ਸੀਗਾ ਕਿਸਾਨਾਂ ਦਾ ਤੇ ਅਕਾਲੀ ਦਲ ਦੀ ਉਹਦੇ ਵਿੱਚ ਸ਼ਮੂਲੀਅਤ ਨਜ਼ਰ ਨਹੀਂ ਆਈ। ਨਾਰਾਜ਼ਗੀ ਇਸ ਗੱਲ ਦੀ ਸੀਗੀ ਕਿ ਜਦ 17 ਸਤੰਬਰ ਨੂੰ ਕਾਲਾ ਦਿਨ ਬਣਾ ਰਹੇ ਸੀ, ਉਹਦੇ ਵਿੱਚ ਅਕਾਲੀ ਵਰਕਰਾਂ ਦੇ ਨਾਲ ਕਿਸਾਨੀ ਸੰਘਰਸ਼, ਯਾਨੀ ਜਿਹੜੇ ਬਾਰਡਰਾਂ ਤੇ ਕਿਸਾਨ ਬੈਠੇ ਨੇ, ਉਹਨਾਂ ਦੇ ਨਾਲ ਮਿਸਬਿਹੇਵ ਹੋਇਆ, ਜਿਹਦੀ ਕੰਪਲੇਂਟ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਕੀਤੀ ਵੀ ਸੀਗੀ। ਉਸ ਮੁੱਦੇ ਤੇ ਰਾਜੇਵਾਲ ਸਾਹਿਬ ਦੇ ਨਾਲ ਬਹਿਸੋ ਬਹਿਸੀ ਵੀ ਹੋਈ, ਗੱਲ ਦੂਜੇ ਪਾਸੇ ਤੁਰ ਗਈ। ਹੁਣ 29 ਤਰੀਕ ਤੋਂ ਅੱਜ 28 ਹੋ ਗਈ, ਕੱਲ ਤੋਂ ਉਮੀਦ ਕੀਤੀ ਜਾਂਦੀ ਸੀ ਵੀ ਅਕਾਲੀ ਦਲ ਆਪਣਾ ਫੇਰ ਦੁਬਾਰਾ ਉਹ ਜਿਹੜਾ ਕੰਪੇਨ ਹੈ 100 ਦਿਨ ਦਾ ਉਹ ਸ਼ੁਰੂ ਕਰਨਗੇ, ਪਰ ਇਹਦੇ ਉੱਤੇ ਵੀ ਗੱਲ ਹਜੇ ਤੱਕ ਸਾਫ਼ ਨਹੀਂ ਹੋਈ। ਤੀਜੇ ਪਾਸੇ ਅਮਰਿੰਦਰ ਸਿੰਘ ਉਹਨਾਂ ਦੀ 6ਵਾਂ ਫਾਰਮ ਦੇ ਵਿੱਚ ਕੀ ਚੱਲ ਰਿਹਾ ਹੈ, ਉਹਦੇ ਉੱਤੇ ਵੀ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਕਿ ਆਉਣ ਵਾਲੇ ਟਾਈਮ ਵਿੱਚ ਉਹ ਆਪਣਾ ਸਿਆਸੀ ਫਿਊਚਰ ਕਿਸ ਤਰੀਕੇ ਨਾਲ ਦੇਖਦੇ ਨੇ ਤੇ ਕਿਹਨਾਂ ਲੋਕਾਂ ਦੇ ਨਾਲ ਉਹ ਅੱਗੇ ਵਧਣਗੇ, ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ। ਯਾਨੀ ਪੰਜਾਬ ਦੀ ਪੋਲੀਟੀਕਲ ਸਿਨੈਰੀਓ ਨੂੰ ਦੇਖੋ ਤੇ ਆਮ ਆਦਮੀ ਪਾਰਟੀ ਜਿਹੜੀ 2017 ਦੇ ਵਿੱਚ ਬੜੀ ਵੱਡੀ ਕਲੇਮੈਂਟ ਬਣ ਕੇ ਉਭਰੀ ਸੀਗੀ ਸਰਕਾਰ ਬਣਾਉਣ ਵਾਸਤੇ, ਉਹ ਵੀ ਕਿਸੇ ਨਾ ਕਿਸੇ ਜਗ੍ਹਾ ਹਾਸ਼ੀਆ ਤੇ ਨਜ਼ਰ ਆਉਂਦੀ ਹੈ। ਮੁੱਖ ਮੰਤਰੀ ਦੇ ਚਿਹਰੇ ਦਾ ਜਿਹੜਾ ਉਹਨਾਂ ਨੂੰ ਹਜੇ ਤੱਕ ਤੇ ਨਹੀਂ ਲੱਭਿਆ
ਲੇਕਿਨ ਨਾਲ ਦੇ ਨਾਲ ਜਿਹੜੀ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ ਕਿ ਇੱਕ ਪਰਿਵਾਰ ਦੇ ਜੀ ਨੇ, ਦਿੱਲੀ ਦੇ ਇੱਕ ਵੱਡੇ ਨੇਤਾ ਦੇ ਪਰਿਵਾਰ ਦੇ ਜੀ ਨੇ ਪੰਜਾਬ ਦੇ ਵਿੱਚ ਵੋਟ ਬਣਾ ਲਿਆ, ਉਹ ਗੱਲ ਵੀ ਬੜੀ ਅੱਗੇ ਤੱਕ ਨਿਕਲ ਕੇ ਗਈ ਹੈ। ਸਮੀਕਰਨ ਰੋਜ਼ ਚੇਂਜ ਹੋ ਰਹੇ ਨੇ, ਅੱਗੇ ਚੱਲ ਕੇ ਕੌਣ ਸੀ ਪਾਰਟੀ ਕੀ ਐਕਸ਼ਨ ਲੈਂਦੀ ਹੈ, ਇਹ ਸਾਰੀ ਗੱਲਾਂ ਦੇਖਣ ਵਾਲੀ ਹੈਗੀਆਂ। ਦਿੱਲੀ ਵੀ ਪੂਰਾ ਇੰਟਰਵਿਊ ਕਰ ਰਹੀ ਹੈ, ਭਾਜਪਾ ਨੇ ਵੀ ਆਪਣੀ ਕਮਰ ਕੱਸੀ ਹੋਈ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਫੈਲਾਉਣ ਵਾਸਤੇ। ਕੌਣ ਪਾਰਟੀ ਕੀ ਕਰਦੀ ਹੈ ਇਹਦੇ ਉੱਤੇ ਹਜੇ ਟਾਈਮ ਲੱਗੇਗਾ ਕਿਸੇ ਵੀ ਮੋਟਿਵ ਤੇ ਜਾਂ ਕਿਸੇ ਵੀ ਸਿੱਟੇ ਤੇ ਪਹੁੰਚਣ ਵਾਸਤੇ। ਪਰ ਹਾਂ, ਜੇ 2 ਮਹੀਨੇ ਦੇ ਵਿੱਚ ਇਹ ਨਵੀਂ ਸਰਕਾਰ ਕੁਝ ਨਹੀਂ ਕਰ ਪਾਏਗੀ, ਖਾਸ ਕਰਕੇ ਉਹਨਾਂ ਮੁੱਦਿਆਂ ਤੇ ਜਿਨ੍ਹਾਂ ਮੁੱਦਿਆਂ ਨੂੰ ਲੜਦੇ ਹੋਏ, ਜਿਨ੍ਹਾਂ ਮੁੱਦਿਆਂ ਤੇ ਖੜਦੇ ਹੋਏ ਇਹ ਨਵੀਂ ਸਰਕਾਰ ਚੇਂਜ ਹੋਈ ਹੈ, ਇਹਦੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਹੁਣ ਸਿਕਿਉਰਿਟੀ ਘੱਟ ਕਰਨਾ, ਸਿਕਿਉਰਿਟੀ ਵਧਾਉਣਾ, ਕੁਝ ਆਰਡਰ ਕੱਢਣੇ, ਮੈਂ ਸਖਤ ਹੈਗਾ, ਮੈਨੂੰ ਹਲਕੇ 'ਚ ਨਾ ਲਓ, ਇਹ ਸਾਰੀ ਗੱਲਾਂ ਤੇ ਇਮੇਜ ਬਿਲਡਿੰਗ ਐਕਸਰਸਾਈਜ਼ ਦਾ ਇੱਕ ਰੂਪ ਹੁੰਦੀ ਹੈ। ਅਸਲ ਵਿੱਚ ਤੁਸੀਂ ਉਹਨਾਂ ਮੁੱਦਿਆਂ ਤੇ ਜਿਹੜੇ ਪੰਜਾਬ ਦੇ ਹਿੱਤਾਂ ਦੇ ਵਿੱਚ ਜਿਹੜੇ ਮੁੱਦੇ ਚੱਲਦੇ ਸੀਗੇ, ਜਿਹੜੇ ਮੁੱਦਿਆਂ ਦੇ ਉੱਤੇ ਗੱਲ ਹੁੰਦੀ ਸੀ, ਉਹਨਾਂ ਮੁੱਦਿਆਂ ਤੇ ਕੀ ਕਰਦੇ ਹੋ, ਇਹਦੇ ਉੱਤੇ ਦੇਖਣਾ ਪਏਗਾ। ਔਰ ਸ਼ਾਇਦ ਅਗਲੇ ਹਫ਼ਤੇ ਤੱਕ ਕੋਈ ਤਸਵੀਰ ਸਾਫ਼ ਹੋਏ, ਖਾਸ ਕਰਕੇ ਨਵੀਂ ਸਰਕਾਰ ਦੀ, ਕਿ ਉਹਨਾਂ ਦਾ ਮੋਟਿਵ ਕੀ ਹੈ, ਉਹ ਕਿਸ ਮੁੱਦੇ ਤੇ ਕਿੱਦਾਂ ਰਿਐਕਟ ਕਰਦੇ ਨੇ, ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਬਿਲਕੁਲ ਭਾਸਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਬਾਰੇ ਇੱਕ ਕਨਸੋਲ ਰਹੀ ਕੱਲ ਦੇਰ ਸ਼ਾਮ ਨੂੰ ਕਿ ਉਹ ਦਿੱਲੀ ਦੇ ਵਿੱਚ ਆਪਣੇ ਬਹੁਤ ਕਰੀਬੀ ਰਿਸ਼ਤੇਦਾਰ ਦੇ ਘਰ ਪਹੁੰਚੇ ਨੇ। ਔਰ ਮੈਂ ਇਹਨੂੰ ਪੁਖਤਾ ਨਹੀਂ ਕਰਦਾ, ਲੇਕਿਨ ਜਿਹੜੇ ਸੋਰਸ ਕਹਿ ਰਹੇ ਨੇ ਕਿ ਉੱਥੇ ਪਹੁੰਚੇ ਨੇ ਔਰ ਉਹਨਾਂ ਦਾ ਦੇਸ਼ ਦੇ ਗ੍ਰਹਿ ਮੰਤਰੀ ਨਾਲ ਇੱਕ ਮੁਲਾਕਾਤ ਦਾ ਪ੍ਰੋਗਰਾਮ ਵੀ, ਜਿਹਨੂੰ ਵਿੱਚ ਵਿਚਾਲੇ ਵਾਲੀ ਗੱਲ ਕਿ ਗੁਪਤ ਹੋਊਗਾ, ਪਬਲਿਕਲੀ ਉਹ ਮਿਲਣਗੇ, ਇਹਦੇ ਬਾਰੇ ਕੋਈ ਨਹੀਂ। ਲੇਕਿਨ ਇਹ ਗੱਲ ਹੋ ਰਹੀ ਹੈ ਕਿ ਕਈ ਮੁੱਦਿਆਂ ਤੇ ਉਹ ਗੱਲ ਕਰ ਸਕਦੇ ਆ। ਲੇਕਿਨ ਪੰਜਾਬ ਦੇ ਲੋਕਾਂ ਦੇ ਮਨ ਤੋਂ ਉਹ ਕਾਫੀ ਹੱਦ ਤੱਕ ਉਤਰੇ ਨੇ। ਇਸ ਵੇਲੇ ਸਭ ਤੋਂ ਵੱਡਾ ਸੰਕਟ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹੈ। ਜੇਕਰ ਸਿੱਧੂ ਵੱਲੋਂ ਉਠਾਏ ਨੁਕਤੇ ਤੇ ਮੁੱਦੇ ਐਡਰੈਸ ਨਹੀਂ ਹੁੰਦੇ ਤਾਂ ਸਿੱਧੂ ਕੋਲ ਕੋਈ ਚਾਰਾ ਨਹੀਂ ਬਚੂਗਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜਾ ਅੰਕੜਾ ਸੀ ਉਹਨਾਂ ਦਾ, ਉਸੇ ਹੀ ਨਜ਼ਰੀਏ ਤੋਂ ਆਪਣੇ ਪਾਰਟੀ ਪਲੇਟਫਾਰਮ ਤੇ ਫਿਰ ਮੁੱਦਿਆਂ ਦੀ ਰਾਜਨੀਤੀ ਉਭਾਰਨ। ਉਹ ਫਿਰ ਇੱਕ ਵਾਰੀ ਵਿਰੋਧ ਦੀ ਰਾਜਨੀਤੀ 'ਚ ਖੜੇ ਹੋਣਗੇ, ਆਪਣੀ ਪਾਰਟੀ ਦੇ ਖਿਲਾਫ ਹੀ, ਸਰਕਾਰ ਦੇ ਖਿਲਾਫ ਉਹਨਾਂ ਨੂੰ ਖੜਨਾ ਪਏਗਾ। ਅਦਰਵਾਈਜ਼ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਬਚਦਾ ਨਜ਼ਰ ਨਹੀਂ ਆ ਰਿਹਾ। ਜੇਕਰ ਉਹ ਇੰਨੇ ਨਾਲ ਸਰਕਾਰ ਬਦਲ ਕੇ, ਚਿਹਰੇ ਬਦਲ ਕੇ, ਮੰਤਰੀ ਬਣਾ ਕੇ, 2-4 ਚੇਅਰਮੈਨ ਬਣਾ ਕੇ ਖੁਸ਼ ਆ, ਤਾਂ ਫਿਰ ਜਿੰਨੀ ਕੁ ਕਿਰਕਰੀ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਵਿੱਚ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ, ਉਹ ਅਗਲੇ ਦਿਨ ਔਖੇ ਨੇ। ਡਾਢਿਆਂ ਲਈ ਔਖੇ ਆ, ਜਿਹੜੇ ਦੂਜਿਆਂ ਲਈ ਔਖੇ ਕਰ ਦਿੰਦੇ ਆ, ਉਹਨਾਂ ਲਈ ਆਪਣੇ ਲਈ ਵੀ ਔਖ ਹੁੰਦੀ ਹੈ। ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਸੀਗੀਆਂ, ਇਹਨਾਂ ਉਮੀਦਾਂ ਨੂੰ 2 ਮਹੀਨਿਆਂ 'ਚ ਆਪਾਂ ਕਿਸ ਤਰ੍ਹਾਂ ਨਾਲ ਅੱਗੇ ਵੱਧਦਾ ਵੇਖਦੇ ਹਾਂ, ਇਹ ਬੜਾ ਅਹਿਮ ਸਵਾਲ ਆ। ਅਗਰ ਇਹ ਸਰਕਾਰ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਇਹ ਮਸਲੇ ਐਡਰੈਸ ਕਰਨ 'ਚ ਨਾਕਾਮ ਹੁੰਦੀ ਆ, ਤਾਂ ਆਉਂਦੇ ਦਿਨੀ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਆ ਹੰਗ ਅਸੈਂਬਲੀ ਦੀ ਸੰਭਾਵਨਾ, ਭਾਜਪਾ ਵੀ ਕੋਸ਼ਿਸ਼ ਕਰੂਗੀ ਕਿ ਉਹ ਆਪਣੀਆਂ 20-25 ਸੀਟਾਂ ਤੇ ਪੂਰਾ ਜ਼ੋਰ ਲਾ ਦੇ। ਬੜਾ ਮੋਟਾ ਪੈਸਾ ਵੀ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਸੁਣਿਆ ਕਿ ਹੋ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਵਿੱਚ ਸ਼ਾਮਲ ਹੋ ਰਹੀਆਂ। ਅਕਾਲੀਏ ਵੀ ਜਮਾ ਜੋੜ ਕਰ ਰਹੇ ਆ। ਕੇਜਰੀਵਾਲ ਦੀ ਵੀ ਮਾਲਵੇ ਵਾਲੇ ਪਾਸੇ ਇੱਕ ਲਹਿਰ ਬਣੀ ਹੋਈ ਹੈ। ਥੱਲੇ ਦੇ ਪੱਧਰ ਤੇ ਜਾ ਕੇ ਗੱਲ ਕਰੋ, ਲੋਕ ਕਹਿੰਦੇ ਪਹਿਲੇ ਸਾਰੇ ਚੈੱਕ ਕਰਕੇ ਵੇਖ ਲਏ, ਇਹਨਾਂ ਨੂੰ ਵੀ ਇੱਕ ਵਾਰੀ ਚੈੱਕ ਕਰ ਲਓ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।